Hello दोस्तों, welcome to Siddhi Punjab. Today we are going to discuss the current affairs that are relevant from 19th to 20th October. ਜਿਹੜੇ ਵੀ important current affairs ਸਾਡੇ exam ਲਈ potential ਹੈਗੇ ਨੇ, prelims ਹੋਵੇ, interview ਹੋਵੇ ਜਾਂ mains ਦੀ stage ਹੋਵੇ, ਉਹ ਸਾਰੇ ਆਪਾਂ discuss ਕਰਨ ਵਾਲੇ ਹਾਂ। ਅੱਗੇ ਵਧਣ ਤੋਂ ਪਹਿਲਾਂ about our initiatives I would like to inform you already prelims ਦੀ preparation ਲਈ PCS ਦੀ test series ਸਾਡੀ ਚੱਲ ਰਹੀ ਹੈ। You can check out the details of this test series on our website or you can message us on 8837604500। ਠੀਕ ਹੈ, ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਦੀ ਤਿਆਰੀ ਦੇਖਣਾ ਚਾਹੁੰਦੇ ਹੋ ਕਿ ਐਗਜ਼ਾਮ ਲਈ ਕਿੰਨੇ ਤਿਆਰ ਹੋ, ਬਹੁਤ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਪੋਸਿਬਿਲਿਟੀ ਹੈ ਕਿ ਐਗਜ਼ਾਮ ਆ ਜਾਵੇ, ਤਾਂ ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਦੀ ਅਸੈਸਮੈਂਟ ਰੱਖੀਏ ਕਿ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਪ੍ਰੀਲਿਮਸ ਨੂੰ ਲੈ ਕੇ, ਮੇਨਸ ਨੂੰ ਲੈ ਕੇ ਜਾਂ ਹਰ ਸਟੇਜ ਆਫ ਐਗਜ਼ਾਮ ਨੂੰ ਲੈ ਕੇ। ਤਾਂ ਇਹ ਜ਼ਰੂਰੀ ਹੈ ਕਿ ਅਸੀਂ ਇਸ ਤਰੀਕੇ ਦੇ ਕੋਰਸਿਸ ਲਗਾ ਲਈਏ ਤਾਂ ਕਿ ਸਾਡੀ ਮਦਦ ਹੋ ਸਕੇ। ਸੋ ਯੂ ਕੈਨ ਚੈੱਕ ਆਊਟ ਦ ਡਿਟੇਲਸ ਆਫ ਦ ਟੈਸਟ ਸੀਰੀਜ਼ ਇਫ ਯੂ ਵਾਂਟ ਟੂ ਰਿਵਾਈਜ਼ योर इंटायर प्रेपरेशन दैट यू हैव डन टिल डेट। शेड्यूल्ड मैनर च अगर रिविजन करना चाहते हो यू कैन जॉइन इट। ऑल्सो करना कैसे है प्रोग्राम भी साडा मैंटरशिप प्रोग्राम जिहड़ा है ਉਹ ਤੁਹਾਡੀ ਹੈਲਪ ਕਰੇਗਾ ਟੂ ਅੰਡਰਸਟੈਂਡ ਐਵਰੀ ਐਸਪੈਕਟ ਆਫ ਦੀ ਐਗਜ਼ਾਮੀਨੇਸ਼ਨ। ਨੋਟਸ ਕਿਵੇਂ ਬਣਾਉਣੇ ਆ, ਨਿਊਜ਼ਪੇਪਰਸ ਕਿਵੇਂ ਪੜ੍ਹਨੇ ਆ, ਟੈਸਟ ਆਨਸਰ ਲਿਖਣੇ ਕਿਵੇਂ ਹੈ, ਇੰਟਰਵਿਊ 'ਚ ਤੁਸੀਂ ਕਿਵੇਂ ਆਪਦੇ ਆਪ ਨੂੰ ਪ੍ਰੈਜ਼ੈਂਟ ਕਰਨਾ ਹੈ, everything about the examination will be covered by this program. So do check the details to know more, right? Now let's discuss the ਟੌਪਿਕਸ। ਅੱਜ ਆਪਾਂ ਇਹ 6 ਟੌਪਿਕਸ ਦੇ ਅਰਾਊਂਡ ਡਿਸਕਸ਼ਨ ਆਪਣੀ ਕਰਨ ਵਾਲੇ ਹੈ। ਪੰਜਾਬ ਦੇ ਪਾਵਰ ਸਬਸਿਡੀ ਬਿੱਲ ਤੇ ਡਾਟਾ ਆਇਆ ਹੈ, ਇਹਨੂੰ ਦੇਖ ਲਵਾਂਗੇ, ਆਪਣੇ ਆਨਸਰਸ ਆਪਾਂ ਯੂਜ਼ ਕਰ ਸਕਦੇ ਹਾਂ। ਡਰੱਗ ਫ੍ਰੀ ਪੰਜਾਬ ਲਈ ਪੰਜਾਬ ਗਵਰਨਮੈਂਟ ਨਵੇਂ ਮੈਜਰਸ ਅਡਾਪਟ ਕਰ ਰਹੀ ਹੈ, ਇਨੀਸ਼ੀਏਟਿਵਸ ਲਾਂਚ ਕਰ ਰਹੀ ਹੈ ਅਵੇਅਰਨੈਸ ਕ੍ਰੀਏਟ ਕਰਨ ਲਈ। ਤਾਂ ਹੁਣ ਲੇਟੈਸਟ ਇਨੀਸ਼ੀਏਟਿਵ ਕਿਆ ਲਾਂਚ ਕੀਤਾ ਗਿਆ ਹੈ ਉਹ ਦੇਖਾਂਗੇ। ਦੈਨ ਪੰਜਾਬ ਗਵਰਨਮੈਂਟ ਐਲੋਕੇਟਸ 750 ਕਰੋੜ ਟੂ ਸਿੰਕਿੰਗ ਫੰਡ। ਸਿੰਕਿੰਗ ਫੰਡ क्या है, पंजाब ने क्यों क्रिएट किया है, we will see this. PM Modi lays stone of 4500 crore deep draft terminal in Gujarat, right? Current affairs ਦਾ topic ਹੈ, might be asked in prelims, ਇਸ ਲਈ ਆਪਾਂ ਇਹਨੂੰ ਥੋੜਾ ਜਿਹਾ ਕਵਰ ਕਰਾਂਗੇ। 5 Central Asian nations to join India Iran Russia corridor, INSTC ਵਿੱਚ 5 ਸੈਂਟਰਲ ਏਸ਼ੀਅਨ ਕੰਟਰੀਜ਼ ਦੀ ਐਂਟਰੀ ਹੋ ਸਕਦੀ ਹੈ। IR ਲਈ ਕਾਫੀ ਇੰਪੋਰਟੈਂਟ ਟੌਪਿਕ ਹੈ, ਇਹਨੂੰ ਡਿਟੇਲ ਵਿੱਚ ਡਿਸਕਸ ਕਰਾਂਗੇ। ਫਾਈਨਲੀ ਸਾਈਬਰ ਕ੍ਰਾਈਮ ਜਿਹੜਾ ਹੈ ਉਹ ਇਨਕਰੀਜ਼ ਹੁੰਦਾ ਜਾ ਰਿਹਾ ਹੈ, ਇਹ ਤੇ ਕੋਈ ਲੇਟੈਸਟ ਡਾਟਾ ਆਇਆ ਹੈ, ਆਪਾਂ ਉਹਨੂੰ ਡਿਸਕਸ ਕਰਾਂਗੇ ਤਾਂ ਕਿ ਆਪਾਂ ਆਨਸਰਸ ਉਹਨਾਂ ਨੂੰ ਲਿਖ ਸਕੀਏ, ਰਾਈਟ? ਦੈਟ ਇਜ਼ we'll get into the detailed discussion, but before that I'd like you to please share, subscribe and like the video with as many aspirants as you can so that you can help in growing our channel also। ठीक है जी, पहले टॉपिक नाल शुरू करते हैं। पंजाब्स पावर सब्सिडी बिल likely to touch 20,000 ਕਰੋੜ this fiscal। ਇਸ ਫਾਈਨੈਂਸ਼ੀਅਲ ਈਅਰ 'ਚ ਮੰਨਿਆ ਜਾ ਰਿਹਾ ਹੈ ਕਿ 20,000 ਕਰੋੜ ਨੂੰ ਟੱਚ ਕਰ ਸਕਦਾ ਹੈ। ਕਰੰਟਲੀ ਅਗਰ ਤੁਸੀਂ ਡਾਟਾ ਦੇਖੋ, ਦਿਸ ਡਾਟਾ ਹੈਜ਼ ਬੀਨ ਗਿਵਨ ਬਾय ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ ਇਹ ਡਾਟਾ ਦਿੱਤਾ, ਮਤਲਬ ਪੰਜਾਬ ਦੀ ਖੁਦ ਦੀ ਬੋਡੀ ਦਾ ਇਹ ਡਾਟਾ ਹੈ, ਆਪਾਂ ਰੈਂਡਮ ਡਾਟਾ ਨਹੀਂ ਚੱਕਿਆ ਹੈ। ਸੋ ਬਹੁਤ ਇੰਪੋਰਟੈਂਟ ਡਾਟਾ ਬਣ ਜਾਂਦਾ ਹੈ। ਇਹਨੇ ਡਾਟਾ ਰਿਲੀਜ਼ ਕੀਤਾ ਹੈ ਕਿ ਅਗਰ ਕਰੰਟ ਸਿਚੁਏਸ਼ਨ ਤੁਸੀਂ ਦੇਖੋ 2023 ਤੱਕ ਦੇਖੋ, ਦ ਪਾਵਰ ਸਬਸਿਡੀ ਬਿੱਲ ਆਫ ਪੰਜਾਬ ਗਵਰਨਮੈਂਟ ਹੈਜ਼ ਆਲਰੇਡੀ ਬਿਕਮ 18,714 ਕਰੋੜ ਰੁਪੀਜ਼। ਠੀਕ ਹੈ, ਸੋ ਇਹ ਕਿਹਾ ਜਾ ਰਿਹਾ ਹੈ ਕਿ ਇਸ ਈਅਰ ਦੇ ਐਂਡ ਤੱਕ ਹੋ ਸਕਦਾ ਹੈ, ਇਸ ਫਾਈਨੈਂਸ਼ੀਅਲ ਈਅਰ ਦੇ ਐਂਡ ਤੱਕ, ਮਤਲਬ ਮਾਰਚ 24 ਤੱਕ ਇਟ ਮਾਈਟ ਇਵਨ ਰੀਚ ਟੂ 20,000 ਕੇ, ਰਾਈਟ? ਹੁਣ ਅਗਰ ਇਹਨੂੰ ਆਪਾਂ ਦੇਖੀਏ ਕਿ ਕਿਸ ਤਰੀਕੇ ਨਾਲ ਇਹ ਪਾਵਰ ਸਬਸਿਡੀ ਜਾ ਰਹੀ ਹੈ, ਤਾਂ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਐਗਰੀਕਲਚਰ ਵਿੱਚ ਪਾਵਰ ਫ੍ਰੀ ਹੈ ਫਾਰਮਰ ਲਈ। ਸੋ 8800 ਕਰੋੜ ਦੇ ਨੇੜੇ ਪੈਸਾ ਐਗਰੀਕਲਚਰ ਪਾਵਰ ਸਬਸਿਡੀ ਤੇ ਹੀ ਜਾ ਰਿਹਾ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਨਵੀਂ ਗਵਰਨਮੈਂਟ ਜਦ ਪਾਵਰ 'ਚ ਆਈ ਸੀ, ਇਸ ਵਾਅਦੇ ਨਾਲ ਆਈ ਸੀ ਕਿ ਫ੍ਰੀ ਪਾਵਰ ਦਿੱਤੀ ਜਾਏਗੀ। ਤਾਂ 300 ਕਿਲੋਵਾਟ ਆਰ ਤੱਕ ਜਿਹੜੀ ਇਲੈਕਟ੍ਰਿਸਿਟੀ ਹੈ ਫ੍ਰੀ ਯੂਨਿਟਸ ਪ੍ਰੋਵਾਈਡ ਕੀਤੇ ਜਾ ਰਹੇ ਨੇ, ਤਾਂ ਉਹਦੇ ਵਿੱਚ ਵੀ 5800 ਕਰੋੜ ਦੇ ਨੇੜੇ ਪੈਸਾ ਲੱਗ ਰਿਹਾ ਹੈ। ਉਸ ਤੋਂ ਬਾਅਦ ਇੰਡਸਟਰੀਅਲ ਕੰਜ਼ਿਊਮਰਸ ਨੂੰ ਵੀ ਕਿਸੇ ਛੋਟੀ ਮੋਟੀ ਟਾਈਪ ਦੀ ਸਬਸਿਡੀ ਦਿੱਤੀ ਜਾਂਦੀ ਹੈ। ਸਮਾਲ ਇੰਡਸਟਰੀਅਲ ਕੰਜ਼ਿਊਮਰਸ ਨੂੰ 2500 ਕਰੋੜ ਰੁਪਇਆ ਉਸ ਤੇ ਲੱਗ ਰਿਹਾ ਹੈ। ਐਂਡ ਬਾਕੀ ਜਿਹੜੇ ਕੰਜ਼ਿਊਮਰਸ ਬਹੁਤ ਘੱਟ ਪਾਵਰ ਯਾਨੀ ਕਿ 7 ਕਿਲੋਵਾਟ ਆਰ ਤੱਕ ਹੀ ਪਾਵਰ ਕੰਜ਼ਿਊਮ ਕਰ ਰਹੇ ਨੇ, ਉਹਨਾਂ ਨੂੰ ਵੀ 1400 ਕਰੋੜ ਰੁਪਏ ਦੇ ਨੇੜੇ ਸਬਸਿਡੀ ਜਾ ਰਹੀ ਹੈ। ਇਹ ਬ੍ਰੇਕਡਾਊਨ ਹੈ, ਯੂ ਕੈਨ ਮੇਕ ਦਿਸ ਪਾਈ ਚਾਰਟ ਇਨ ਯੋਰ ਆਨਸਰਸ, ਇਹ ਤੁਹਾਨੂੰ ਅੱਛੇ ਮਾਰਕਸ ਦਿਲਾ ਸਕਦਾ ਹੈ, ਰਾਈਟ? ਨਾ ਹੁਣ ਇਹਦਾ ਇੰਪੈਕਟ ਕਿਆ ਹੈ, ਆਪਾਂ ਕਿਉਂ ਡਿਸਕਸ ਕਰ ਰਹੇ ਹਾਂ? ਦੇਖੋ ਕਾਫੀ ਸਿਵੀਅਰ ਇੰਪੈਕਟ ਹੋ ਰਿਹਾ ਹੈ ਇਸ ਪਾਵਰ ਸਬਸਿਡੀ ਦੇ ਇਨਕਰੀਜ਼ ਹੋਣ ਕਰਕੇ। ਤੁਸੀਂ ਦੇਖੋ ਪੰਜਾਬ ਦਾ ਰੈਵਨਿਊ ਜਿਹੜਾ ਹੈ ਦਿਨ ਬ ਦਿਨ ਘਟਦਾ ਜਾ ਰਿਹਾ ਹੈ। ਪੁਰਾਣੇ
ਟਾਈਮ ਦੀ ਅਗਰ ਗੱਲ ਕਰੋ, ਪੰਜਾਬ ਯੂਜ਼ਡ ਟੂ ਬੀ ਵਨ ਆਫ ਦ ਰਿਚੈਸਟ ਸਟੇਟ। ਪੰਜਾਬ ਦੇ ਲੋਕ ਪਰ ਕੈਪੀਟਾ ਇਨਕਮ ਵੀ ਬਹੁਤ ਜ਼ਿਆਦਾ ਸੀ ਪੰਜਾਬ ਦੀ, ਕਿਉਂਕਿ ਸਾਡੀ ਗ੍ਰੀਨ ਰੈਵੋਲਿਊਸ਼ਨ ਕਰਕੇ ਐਗਰੀਕਲਚਰ ਨੇ ਕਾਫੀ ਕਮਾਈ ਵਧਾਈ ਸੀ। ਬਟ ਹੁਣ ਆਪਣੀ ਐਗਰੀਕਲਚਰ ਜਿਹੜੀ ਆ ਉਹ ਇੰਨੀ ਪਰਫਾਰਮ ਨਹੀਂ ਕਰ ਪਾ ਰਹੀ। ਪੰਜਾਬ ਵਿੱਚ ਬਾਕੀ ਸੈਕਟਰਸ ਬਹੁਤ ਤਾਂ ਜ਼ਿਆਦਾ ਤਾਂ ਡਿਵੈਲਪਡ ਨਹੀਂ ਹੈ। ਇੰਡਸਟਰੀ ਬਸ ਕੁਛ ਲੈਵਲ ਤੇ ਹੀ ਹੈ। ਆਈਟੀ ਸੈਕਟਰ ਹੁਣ ਆਪਾਂ ਮੋਹਾਲੀ 'ਚ ਡਿਵੈਲਪ ਕਰਨ ਦੀ ਕੋਸ਼ਿਸ਼ ਕਰ ਰਹੇ हैं, बट स्टिल एग्रीकल्चर ही अपना मेन स्टे है इकोनॉमी ਦਾ, राइट। तो मतलब पैसा जिथों आंदा है दैट इज एग्रीकल्चर, दैट इज नॉट परफॉर्मिंग। पर पैसा खर्चा ਜਿਹੜਾ ਆਪਾਂ ਕਰ ਰਹੇ ਹਾਂ ਐਕਸਪੈਂਡੀਚਰ ਉਹ ਬਹੁਤ ਜ਼ਿਆਦਾ ਹੈ। ਐਂਡ ਵਨ area that is responsible is power subsidy. So rather than spending our money on development purposes या long term capital development कि ਆਪਾਂ schools ਬਣਾਈਏ, infrastructure ਬਣਾਈਏ, ਕਿਸਾਨ ਲਈ ਇਨੋਵੇਸ਼ਨ ਤੇ ਪੈਸਾ ਲਗਾਈਏ, ਇਹ ਸਭ ਚੀਜ਼ਾਂ ਦੀ ਬਜਾਏ ਆਪਾਂ ਇੱਕ ਵਨ ਟਾਈਮ ਐਕਸਪੈਂਡੀਚਰ ਸਬਸਿਡੀਜ਼ ਦੇ ਉੱਤੇ ਪੈਸਾ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਫੇਸ ਕਰ ਰਹੇ ਹਾਂ। ਇਹਦੇ ਨਾਲ ਸਟੇਟ ਦਾ ਫਾਈਨੈਂਸ਼ੀਅਲ ਬਰਡਨ ਵੱਧ ਰਿਹਾ ਹੈ, ਬਟ ਸਟੇਟ ਦੇ ਵਿੱਚ ਕੋਈ ਵੀ ਕੈਪੀਟਲ ਡਿਵੈਲਪਮੈਂਟ, ਕੈਪੀਟਲ ਇਨਵੈਸਟਮੈਂਟਸ, ਲੌਂਗ ਟਰਮ ਇਨਵੈਸਟਮੈਂਟਸ ਜਿਹੜੀਆਂ ਸਾਨੂੰ ਲੌਂਗ ਟਰਮ ਰਿਟਰਨਸ ਦੇਣ, ਇਹ ਸਭ ਨਹੀਂ ਹੋ ਰਿਹਾ ਹੈ, ਰਾਈਟ। ਸੋ ਇਹ ਸਭ ਤੋਂ ਵੱਡਾ ਕੰਸਰਨ ਹੈ। ਸੈਕਿੰਡ, ਪਾਵਰ ਵੇਸਟੇਜ ਬਹੁਤ ਹੁੰਦੀ ਹੈ ਯਾਰ। ਦੇਖੋ, ਫ੍ਰੀ ਦੇ ਪੈਸੇ ਦੀ ਕਦਰ ਜਾਂ ਫ੍ਰੀ ਦੀ ਚੀਜ਼ ਦੀ ਕਦਰ ਕੋਈ ਨਹੀਂ ਕਰਦਾ, ਤੁਹਾਨੂੰ ਵੀ ਪਤਾ ਹੀ ਹੈ। ਘਰੇ ਤੁਸੀਂ ਅਗਰ ਬਹੁਤ ਸਾਰੇ ਲੋਕ ਜਿਹੜੇ ਹੁੰਦੇ ਆਪਦਾ weight ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ। ਅਗਰ ਤੁਸੀਂ ਘਰੇ ਟਰਾਈ ਕਰੋ ਖੁਦ ਤੋਂ weight ਕੰਟਰੋਲ ਕਰਨ ਦੀ, ਕਦੀ ਵੀ ਨਹੀਂ ਹੁੰਦਾ। but only when you pay to the dietitian for your diet, that is when you are able to achieve the results। ਇਸੇ ਲਈ ਕਿਉਂਕਿ ਫ੍ਰੀ ਆਪਾਂ ਜਿਹੜੀ ਚੀਜ਼ ਫ੍ਰੀ ਮਿਲਦੀ ਹੈ ਨਾ ਉਹਦੀ ਕਦਰ ਨਹੀਂ ਕਰਦੇ, ਉਹਨੂੰ ਸੀਰੀਅਸਲੀ ਨਹੀਂ ਲੈਂਦੇ। ਤਾਂ ਇੱਥੇ ਵੀ ਜਦੋਂ ਬਹੁਤ ਜ਼ਿਆਦਾ ਫ੍ਰੀ ਮਿਲ ਰਹੀ ਹੈ ਪਾਵਰ, ਕੋਈ ਪੈਸਾ ਨਹੀਂ ਲੱਗ ਰਿਹਾ, ਤਾਂ ਜਿਹੜਾ ਹੈ ਕਿਸਾਨ ਇਹ ਸੋਚਣ ਤੇ ਵੀ ਮਜਬੂਰ ਨਹੀਂ ਹੁੰਦਾ ਕਿ ਮੈਂ ਕਿਉਂ ਸੋਚ ਕੇ ਪਾਣੀ ਦਵਾਂ ਕ੍ਰੌਪਸ ਨੂੰ, ਕਿਉਂਕਿ ਪਾਵਰ ਤਾਂ ਫ੍ਰੀ ਹੈ, ਕਿੰਨਾ ਮਰਜ਼ੀ ਸਾਰਾ ਦਿਨ ਚਾਹੇ ਮੋਟਰ ਚੱਲੀ ਜਾਵੇ, ਰਾਈਟ। ਸੋ ਇਹਦੇ ਕਰਕੇ ਵਾਟਰ ਵੇਸਟੇਜ ਜਿਹੜੀ ਹੈ ਬਹੁਤ ਜ਼ਿਆਦਾ ਹੋ ਰਹੀ ਹੈ, ਪਾਵਰ ਵੇਸਟੇਜ ਵੀ ਹੋ ਰਹੀ ਹੈ ਤੇ ਵਾਟਰ ਵੇਸਟੇਜ ਵੀ ਬਹੁਤ ਜ਼ਿਆਦਾ ਹੋ ਰਹੀ ਹੈ, ਰਾਈਟ। ਇਹਦਾ ਹੀ ਰਿਜ਼ਲਟ ਹੈ ਕਿ ਸਾਡਾ ਗਰਾਊਂਡ ਵਾਟਰ ਜਿਹੜਾ ਹੈ ਰੈਪਿਡਲੀ ਡਿਪਲੀਟ ਕਰ ਰਿਹਾ ਹੈ। ਓਵਰ ਦਾ ਈਅਰਸ ਅਗਰ ਤੁਸੀਂ ਦੇਖੋ 1980s ਦੇ ਵਿੱਚ ਸਿਰਫ 3 ਲੱਖ ਦੇ ਕੋਲੇ 2.8 ਲੱਖ ਦੇ ਅਰਾਊਂਡ ਟਿਊਬਵੈਲ ਕਨੈਕਸ਼ਨਸ ਪੰਜਾਬ 'ਚ ਸੀ। ਬਟ ਅਗਰ ਅੱਜ ਤੁਸੀਂ ਦੇਖੋ 5 ਟਾਈਮਸ ਆਲਮੋਸਟ ਇਹ ਵੱਧ ਗਏ ਨੇ, 14.5 ਲੱਖ ਟਿਊਬਵੈਲ ਕਨੈਕਸ਼ਨਸ ਹੋ ਗਏ ਨੇ। ਜਿੰਨੇ ਜ਼ਿਆਦਾ ਟਿਊਬਵੈਲ ਕਨੈਕਸ਼ਨਸ ਉਨਾ ਜ਼ਿਆਦਾ ਵਾਟਰ ਐਕਸਟ੍ਰੈਕਸ਼ਨ। ਤਾਂ ਤੁਸੀਂ ਦੇਖੋ ਹੁਣ ਆਪਾਂ every week it is estimated ਕਿ 4000 ਬਿਲੀਅਨ ਲੀਟਰਸ ਤੋਂ ਜ਼ਿਆਦਾ ਵਾਟਰ ਪੰਜਾਬ ਵਿੱਚ ਗਰਾਊਂਡ ਵਾਟਰ ਤੋਂ ਪੰਪ ਕੀਤਾ ਜਾ ਰਿਹਾ ਹੈ, ਰਾਈਟ। ਹਾਈਲੀ ਕੰਸਰਨਿੰਗ ਸਿਚੁਏਸ਼ਨ। ਗਰਾਊਂਡ ਵਾਟਰ 'ਚ ਰਿਚਾਰਜ ਕਰਨ ਲਈ ਪੰਜਾਬ ਵਿੱਚ ਮੀਂਹ ਤਾਂ ਬਹੁਤਾ ਪੈ ਨਹੀਂ ਰਹੇ ਨੇ, ਫਿਰ ਪਾਣੀ ਕਿੱਥੋਂ ਆਏਗਾ। ਆਪਾਂ ਰੈਪਿਡਲੀ ਗਰਾਊਂਡ ਵਾਟਰ ਜਿਹੜਾ ਹੈ ਡਿਪਲੀਟ ਕਰਦੇ ਜਾ ਰਹੇ ਹਾਂ, ਜਿਹਦੇ ਕਰਕੇ ਕਾਫੀ ਇਸ਼ੂਜ਼ ਆਪਾਂ ਫਿਊਚਰ 'ਚ ਫੇਸ ਕਰਾਂਗੇ, ਰੇਂਜਿੰਗ ਫਰੋਮ ਹੈਲਥ, ਇਕਨੋਮਿਕ, ਸੋਸ਼ਲ, ਐਵਰੀਥਿੰਗ, ਰਾਈਟ। ਸੋ ਇਸੇ ਕਰਕੇ ਡਾਟਾ ਬੜਾ ਇੰਪੋਰਟੈਂਟ ਹੈ, ਪਲੀਜ਼ ਲਿਖ ਕੇ ਰੱਖੋ, ਤੁਹਾਨੂੰ ਐਸੇਸ 'ਚ ਆਨਸਰਸ 'ਚ ਕਾਫੀ ਕੰਮ ਆਏਗਾ। ਯੂਜ਼ ਦਿਸ ਡਾਟਾ ਵੈਰੀ ਵਾਈਸਲੀ, ਰਾਈਟ। ਨੈਕਸਟ ਕਰਦੇ ਹਾਂ ਡਰਗ ਫ੍ਰੀ ਪੰਜਾਬ, ਭਗਵੰਤ ਮਾਨ ਜੁਆਇਨਸ ਸਟੂਡੈਂਟਸ ਫॉर ਅਰਦਾਸ ਐਟ ਗੋਲਡਨ ਟੈਂਪਲ, ਰਾਈਟ। ਸੋ ਦੇਖੋ, ਲੋਕਾਂ 'ਚ ਡਰਗ ਦੇ ਰਿਗਾਰਡਿੰਗ ਅਵੇਅਰਨੈਸ ਫੈਲਾਉਣ ਲਈ ਇਹ ਇਨੀਸ਼ੀਏਟਿਵ ਲਿੱਤਾ ਗਿਆ ਹੈ। ਨਹੀਂ ਤਾਂ ਤੁਸੀਂ ਸੋਚੋਗੇ ਕਿ ਅਰਦਾਸ ਕਰਨ ਨਾਲ ਕੀ ਹੋ ਜਾਏਗਾ, ਗਵਰਨਮੈਂਟ ਨੂੰ ਕੁਝ ਅੱਛਾ ਕਰਨਾ ਚਾਹੀਦਾ ਹੈ। ਬਟ ਇਹ ਦੇਖੋ, ਜਦੋਂ ਇਹੋ ਜਿਹੇ ਇਨੀਸ਼ੀਏਟਿਵਸ ਲਿੱਤੇ ਜਾਂਦੇ ਆ, ਇਹਦੀ ਨਿਊਜ਼, ਇਹਦੀ ਖਬਰ ਸਾਰੇ ਕਿਤੇ ਫੈਲਦੀ ਹੈ, ਲੋਕ ਇਹਦੇ ਬਾਰੇ ਗੱਲ ਕਰਦੇ ਆ। ਸੋ ਉਹੀ ਇਹ ਮੈਂ ਇੱਥੇ ਕਿ ਇਹਦੇ ਬਾਰੇ ਗੱਲਬਾਤ ਕੀਤੀ ਜਾਵੇ ਕਿ ਡਰੱਗਸ ਜਿਹੜੇ ਆ ਇਸ਼ੂ ਕਾਫੀ ਪ੍ਰੋਬਲਮੈਟਿਕ ਇਸ਼ੂ ਹੈ। ਇਸੇ ਲਈ ਅਸੀਂ ਨਸ਼ਾ ਮੁਕਤ ਭਾਰਤ ਪੰਜਾਬ ਤੇ ਫੋਕਸ ਕਰ ਰਹੇ ਹਾਂ, ਭਾਰਤ ਨਹੀਂ ਪੰਜਾਬ ਤੇ ਫੋਕਸ ਕਰ ਰਹੇ ਹਾਂ। ਸੋ ਰੇਜ਼ਿੰਗ ਅਵੇਅਰਨੈਸ ਅਬਾਊਟ ਡਰਗ ਅਬਿਊਜ਼, ਇਹ ਇਨੀਸ਼ੀਏਟਿਵ ਚਲਾਇਆ ਗਿਆ ਹੈ। ਸਪੈਸ਼ਲੀ ਹੋਪ ਇਨੀਸ਼ੀਏਟਿਵ ਜਿਹੜਾ ਹੈ ਪੰਜਾਬ ਗਵਰਨਮੈਂਟ ਨੇ ਲਾਂਚ ਕੀਤਾ ਹੈ, ਇਹਦੇ ਅੰਡਰ ਡਰੱਗਸ ਦੇ ਨਾਲ ਰਿਲੇਟਡ ਅਵੇਅਰਨੈਸ ਤੇ ਹੀ ਗਵਰਨਮੈਂਟ ਜਿਹੜੀ ਆ ਫੋਕਸ ਕਰੇਗੀ। ਇਸੇ ਲਈ ਤੁਸੀਂ ਦੇਖੋ ਕਿ ਮੈਚਸ ਵਗੈਰਾ ਵੀ ਕੰਡਕਟ ਕਰਾਏ ਜਾਣਗੇ, ਕ੍ਰਿਕਟ ਮੈਚਸ ਜਾਂ ਅਦਰ ਗੇਮਸ ਦੇ ਮੈਚਸ ਕੰਡਕਟ ਕਰਾਏ ਜਾਣਗੇ, ਸੋ ਦੈਟ ਇਹਨਾਂ ਮੈਚਸ ਦਾ ਥੀਮ ਹੀ ਇਹ ਹੋਏਗਾ ਕਿ ਡਰਗ ਫ੍ਰੀ ਪੰਜਾਬ ਆਪਾਂ ਕ੍ਰੀਏਟ ਕਰਨਾ ਹੈ, ਰਾਈਟ। ਸੋ ਇਹ ਹੋਪ ਇਨੀਸ਼ੀਏਟਿਵ ਆਪਦੇ ਕੋਲ ਲਿਖ ਕੇ ਰੱਖੋ, ਯੂ ਕੈਨ ਯੂਜ਼ ਇਟ ਇਨ ਆਨਸਰਸ, ਬਹੁਤ ਅੱਛਾ ਪੁਆਇੰਟ ਐਡੀਸ਼ਨ ਹੋਏਗਾ ਗਵਰਨਮੈਂਟ ਮੈਸ਼ਰਸ 'ਚ, ਰਾਈਟ। ਨੈਕਸਟ ਨਿਊਜ਼ ਆਈਟਮ ਹੈ ਪੰਜਾਬ ਗਵਰਨਮੈਂਟ ਐਲੋਕੇਟ 750 ਕਰੋੜਸ ਟੂ ਸਿੰਕਿੰਗ ਫੰਡ, ਰਾਈਟ। ਉਹਨਾਂ ਸਿੰਕਿੰਗ ਫੰਡ ਜਿਹੜਾ ਇਹ ਵਰਡ ਆਇਆ ਹੈ, ਸੋ ਪੋਸੀਬਿਲਿਟੀ ਹੈ ਕਿ ਪ੍ਰੀਲਿਮਸ 'ਚ ਤੇ ਕੁਐਸਚਨ ਪੁੱਛਿਆ ਜਾ ਸਕੇ। ਸੋ ਸਿਰਫ ਸਿੰਕਿੰਗ ਫੰਡ ਤੁਸੀਂ ਯਾਦ ਰੱਖਣਾ ਇਸ ਨਿਊਜ਼ ਵਿੱਚੋਂ। ਸਿੰਕਿੰਗ ਫੰਡ ਕਿਆ ਹੈ? ਐਜ਼ ਦ ਨੇਮ ਸੇਜ਼ ਸਿੰਕਿੰਗ, ਜਿਹੜੀ ਐਸੈਟਸ, ਜਿਹੜੀ ਤੁਹਾਡਾ
प्रॉपर्टी वगैरह समझ लो, ਜਿਹੜਾ ਪੈਸਾ ਤੁਹਾਡਾ ਡੁੱਬ ਰਿਹਾ ਹੈ which you are not going to get back in any time in future, ਸਮਝ ਲਓ ਉਹਨਾਂ ਚੀਜ਼ਾਂ ਵਾਸਤੇ ਸਿੰਕਿੰਗ ਫੰਡ ਕ੍ਰੀਏਟ ਕੀਤਾ ਜਾ ਰਿਹਾ ਹੈ, ਰਾਈਟ। ਜਿਵੇਂ ਤੁਹਾਡੇ ਤੇ ਕਰਜ਼ਾ ਹੋਵੇ, ਠੀਕ ਹੈ, ਤੁਸੀਂ ਪੇ ਕਰਨਾ ਹੀ ਕਰਨਾ ਹੈ, ਤੁਹਾਡੇ ਕੋਲ ਉਹਦੇ ਰਿਟਰਨ 'ਚ ਕੋਈ ਵਾਪਸ ਨਹੀਂ ਆ ਰਿਹਾ, ਸੋ ਇਹ ਸਿੰਕਿੰਗ ਫੰਡ ਨਾਲ ਇਹ ਕਰਜ਼ਾ ਉਤਾਰਿਆ ਜਾਏਗਾ ਸਟੇਟ ਦਾ, ਰਾਈਟ। ਜਾਂ ਐਸਜੀ ਐਸੈਟਸ ਜਿਹੜੀਆਂ ਕੁਝ ਕੰਮ ਨਹੀਂ ਆ ਰਹੀਆਂ, ਨਾ ਐਗਰੀਕਲਚਰ ਜਾਂ ਕਿਸੇ ਵੀ ਤਰੀਕੇ ਨਾਲ ਡਿਸਪਿਊਟਡ ਹੈ, ਜਾਂ ਕਿਸੇ ਵੀ ਤਰੀਕੇ ਨਾਲ ਉਹ ਵੇਸਟਡ ਐਸੈਟਸ ਹੈ ਫॉर ਐਨੀ ਰੀਜ਼ਨ ਪਰਪਸ, that will be paid for with the sinking fund, right? So sinking fund किस लिए बनाया गवर्नमेंट ने? बेसिकली ਜਿਹੜਾ ਆਪਣਾ ਫਾਈਨੈਂਸ਼ੀਅਲ ਬਰਡਨ ਹੈ ਬਿਕੋਜ਼ ਆਫ ਨਾਨ ਪਰਫਾਰਮਿੰਗ ਜਾਂ ਵੇਸਟਡ ਐਸੈਟਸ ਜਾਂ ਬਿਕੋਜ਼ ਆਫ ਡੈਟ, ਉਹਨੂੰ ਰੀਪੇ ਕਰਨ ਲਈ ਸਿੰਕਿੰਗ ਫੰਡ ਬਣਾਇਆ ਗਿਆ ਹੈ, ਰਾਈਟ। ਇਹਦੀ ਡੈਫੀਨੇਸ਼ਨ ਜਿਹੜੀ ਆ ਉਹ ਯਾਦ ਰੱਖੋ, ਪੋਸਿਬਿਲਿਟੀ ਹੈ ਕਿ ਪ੍ਰੀਲਿਮਸ ਤੇ ਸਟੇਟਮੈਂਟ ਟਾਈਪ ਕੁਐਸਚਨ ਇਸ 'ਚ ਬਣ ਸਕਦਾ ਹੈ। ਕਰੰਟਲੀ ਅਗਰ ਤੁਸੀਂ ਦੇਖੋ ਅਕਤੂਬਰ 2023 ਤੱਕ ਅਗਰ ਤੁਸੀਂ ਦੇਖੋ ਸਿੰਕਿੰਗ ਫੰਡ ਵਿੱਚ 77,000 ਕਰੋੜ ਰੁਪਇਆ 7700 ਕਰੋੜ ਰੁਪਇਆ ਦੇ ਅਰਾਊਂਡ ਜਿਹੜਾ ਪੈਸਾ ਆਲਰੇਡੀ ਜਮਾ ਹੋ ਚੁੱਕਿਆ ਹੈ, ਤੇ ਕਰੰਟਲੀ ਗਵਰਨਮੈਂਟ ਨੇ 700 ਕਰੋੜ ਰੁਪਇਆ 750 ਕਰੋੜ ਰੁਪਇਆ ਹੋਰ ਇਸ ਫੰਡ ਨੂੰ ਐਲੋਕੇਟ ਕੀਤਾ ਹੈ, ਰਾਈਟ, ਟੂ ਮੈਨੇਜ ਇਟਸ ਡੈਟ ਸਿਚੁਏਸ਼ਨ, ਟੂ ਮੈਨੇਜ ਇਟਸ ਵੇਸਟਡ ਐਸੈਟਸ, ਰਾਈਟ। ਸੋ ਸਿੰਕਿੰਗ ਫੰਡ ਦੀ ਡੈਫੀਨੇਸ਼ਨ ਯਾਦ ਰੱਖੋ। then current affairs ਦਾ important ਇੱਕ ਆਰਟੀਕਲ ਹੈ, might be asked, less likelihood although, ਬਟ ਹਜੇ ਸਟਾਰਟਿੰਗ ਸਟੇਜ ਹੀ ਹੈ, ਜਦੋਂ ਇਸ ਤੇ ਹੋਰ ਡਿਵੈਲਪਮੈਂਟ ਹੋਊਗੀ then it will be asked। ਪ੍ਰਾਈਮ ਮਿਨਿਸਟਰ ਮੋਦੀ ਟੁਡੇ laid the stone of deep draft terminal, ਠੀਕ ਹੈ। ਦੇਖੋ ਪੋਰਟ ਡਿਵੈਲਪਮੈਂਟ ਤੇ ਗਵਰਨਮੈਂਟ ਬਹੁਤ ਜ਼ਿਆਦਾ ਫੋਕਸ ਕਰ ਰਹੀ ਹੈ, ਰਾਈਟ। ਕੱਲ ਆਪਾਂ ਡਿਸਕਸ ਕੀਤਾ ਸੀ ਆਈਮੈਕ, ਇੰਡੀਆ ਮਿਡਲ ਈਸਟ ਇਕਨੋਮਿਕ ਕੋਰੀਡੋਰ, ਉਸ 'ਚ ਵੀ ਪ੍ਰਾਈਮ ਮਿਨਿਸਟਰ ਮੋਦੀ ਨੇ ਇਨਵੈਸਟਰਸ ਨੂੰ ਇਨਵਾਈਟ ਕਰਦਿਆਂ ਹੋਇਆ ਇੰਡੀਆ ਦੇ ਪੋਰਟ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਬਾਰੇ ਹੀ ਦੱਸਿਆ ਕਿ ਤੁਸੀਂ ਸਾਡੇ ਇੱਥੇ ਆ ਕੇ ਇਨਵੈਸਟ ਕਰੋਗੇ ਇੰਡੀਆ ਦੇ ਵਿੱਚ, ਯੂ ਵਿਲ ਗੈਟ ਸੁਪੀਰੀਅਰ ਇਨਫਰਾਸਟ੍ਰਕਚਰ, ਯੂ ਵਿਲ ਗੈਟ ਯੋਰ ਵਹੀਕਲਸ ਵਿਲ ਟਰਨ ਅਰਾਊਂਡ ਇਨ ਲੈਸ ਟਾਈਮ ਟੇਕਿੰਗ ਘੱਟ ਹੋਏਗਾ, ਕਸਟਮਸ ਐਂਡ ਪ੍ਰੋਸੀਜਰ ਵਿਲ ਬੀ ਵੈਰੀ ਲੈਸ। ਸੋ ਇੱਥੇ ਵੀ ਪੋਰਟ ਸੈਕਟਰ ਨੂੰ ਡਿਵੈਲਪ ਕਰਨ ਲਈ ਅਪਾਰਟ ਫਰਮ ਸਾਗਰ ਮਾਲਾ ਐਂਡ ਅਦਰ ਇਨੀਸ਼ੀਏਟਿਵਸ, ਦਿਸ ਨਿਊ ਇਨੀਸ਼ੀਏਟਿਵ ਹੈਜ਼ ਬੀਨ ਟੇਕਨ, ਜਿਹਦੇ ਵਿੱਚ ਡਰਾਫਟ ਟਰਮੀਨਲ ਜਿਹੜੀ ਹੈ ਗੁਜਰਾਤ ਦੇ ਵਿੱਚ ਬਣਾਈ ਜਾਏਗੀ ਐਟ ਦੀ ਕੋਸਟ ਆਫ 4500 ਕਰੋੜ, ਠੀਕ ਹੈ ਜੀ। ਸੋ ਇਹਦੀ ਹਜੇ ਫਾਊਂਡੇਸ਼ਨ ਸਟੋਨ ਲੇ ਕੀਤੀ ਗਈ ਹੈ, ਸਾਲਾਂ ਦੇ ਵਿੱਚ ਇਹ ਬਣੇਗਾ, ਇਸ ਤੋਂ ਬਾਅਦ ਇੰਡੀਆ ਦਾ ਐਕਸਪੋਰਟ ਜਿਹੜਾ ਹੈ ਕਾਫੀ ਪ੍ਰਮੋਟ ਕਰੇਗਾ, ਇਸ ਲਈ ਇਹ ਬਹੁਤ ਇੰਪੋਰਟੈਂਟ ਐਕਸਪੋਰਟ ਪ੍ਰਮੋਸ਼ਨ ਵਿੱਚ ਕਾਫੀ ਵੱਡਾ ਰੋਲ ਪਲੇ ਕਰੇਗੀ ਇਹ ਟਰਮੀਨਲ, ਰਾਈਟ। ਸੋ ਦਿਸ ਇਜ਼ ਆਲਸੋ ਦੈਟ ਯੂ ਹੈਵ ਟੂ ਰਿਮੈਂਬਰ, ਕਈ ਵਾਰ ਪ੍ਰੀਲਿਮਸ 'ਚ ਕੁਐਸਚਨ ਪੁੱਛ ਸਕਦੇ ਆ ਕਿ ਇੰਡੀਆ ਦੀ ਡੀਪ ਡਰਾਫਟ ਟਰਮੀਨਲ ਕਿੱਥੇ ਇੰਟਰੋਡਿਊਸ ਕੀਤੀ ਗਈ ਹੈ, ਸੋ ਅੰਡਰਸਟੈਂਡ ਦੈਟ ਗੁਜਰਾਤ 'ਚ ਇਹ ਲੇਟੈਸਟ ਰਿਲੀਜ਼ ਕੀਤੀ ਗਈ ਹੈ, ਰਾਈਟ। ਨੈਕਸਟ ਨਿਊਜ਼ ਆਰਟੀਕਲ ਹੈਗਾ 5 ਸੈਂਟਰਲ ਏਸ਼ੀਅਨ ਨੇਸ਼ਨਸ ਟੂ ਜੁਆਇਨ ਇੰਡੀਆ ਇਰਾਨ ਰਸ਼ੀਆ ਕੋਰੀਡੋਰ, ਠੀਕ ਹੈ। ਇੰਡੀਆ ਇਰਾਨ ਰਸ਼ੀਆ ਕੋਰੀਡੋਰ ਮਤਲਬ INSTC ਦੀ ਗੱਲ ਕਰ ਰਹੇ ਆ, ਇੰਟਰਨੈਸ਼ਨਲ ਨਾਰਥ ਸਾਊਥ ਟ੍ਰਾਂਜ਼ਿਟ ਕੋਰੀਡੋਰ, right? So a बहुत important development है, India is trying to improve its relations with 5 Central Asian nations। 5 Central Asian nations का मतलब क्या है? कजाकिस्तान, किर्गिस्तान, उज्बेकिस्तान, तुर्कमेनिस्तान, तजाकिस्तान, ਇਹ 5 ਕੰਟਰੀਜ਼ ਜਿਹੜੀਆਂ ਹੈ ਸੈਂਟਰਲ ਏਸ਼ੀਅਨ ਕੰਟਰੀਜ਼ ਬਣਾਉਂਦੀਆਂ ਹੈ। ਇੰਡੀਆ ਇਜ਼ ਟ੍ਰਾਈਂਗ ਟੂ ਇੰਪਰੂਵ ਇਟਸ ਰਿਲੇਸ਼ਨਸ ਵਿਦ ਸੈਂਟਰਲ ਏਸ਼ੀਅਨ ਕੰਟਰੀਜ਼, ਕਿਉਂ? because they are very rich in energy resources and other critical minerals। energy resources ਦਾ ਮਤਲਬ ਹੈ natural gas ਹੋ ਗਿਆ, ਯੂਰੇਨੀਅਮ ਵਗੈਰਾ ਕਾਫੀ ਅੱਛੇ ਤਰੀਕੇ ਨਾਲ ਇੱਥੇ ਪਾਇਆ ਜਾਂਦਾ ਹੈ। ਆਪਾਂ ਦੇਖੋ ਟਾਪੀ ਪਾਈਪਲਾਈਨ ਵੀ ਸੈਟਅਪ ਕਰਨਾ ਚਾਹ ਰਹੇ ਸੀ ਟੂ ਗੈਟ fuel from these Central Asian nations, although ਹਜੇ ਕੋਈ success ਨਹੀਂ ਮਿਲੀ ਉਸ 'ਚ। so but that is the relevance of this region। strategic minerals ਵਗੈਰਾ ਵੀ ਕਾਫੀ ਇੱਥੇ ਪਾਏ ਜਾਂਦੇ ਨੇ, so that is why we are interested in getting connected with them। ਟ੍ਰੇਡ ਵਗੈਰਾ ਵੀ ਅਸੀਂ ਬੂਸਟ ਕਰ ਸਕਦੇ ਹਾਂ। ਸੋ INSTC ਨੂੰ ਜੁਆਇਨ ਕਰਨ ਦਾ ਫੈਸਲਾ ਇਹਨਾਂ 5 ਸੈਂਟਰਲ ਏਸ਼ੀਅਨ ਨੇਸ਼ਨਸ ਨੇ ਲਿੱਤਾ ਹੈ। ਸੋ ਵਾਟ ਇਜ਼ ਬੀਇੰਗ ਸੈਡ, ਇਹ ਆਪਾਂ ਨੂੰ ਕਨੈਕਟੀਵਿਟੀ ਟ੍ਰੇਡ ਐਂਡ ਕਮਰਸ ਵਿੱਚ ਕਾਫੀ ਹੈਲਪ ਕਰੇਗਾ। ਬਹੁਤ ਸਾਲਾਂ ਤੋਂ ਸਾਡੀ ਕਨੈਕਟੀਵਿਟੀ ਸੈਂਟਰਲ ਏਸ਼ੀਆ ਨਾਲ ਬਲੌਕਡ ਰਹੀ ਹੈ। ਵਾਈ? ਬਿਕੋਜ਼ ਆਫ ਵਨ ਕੰਟਰੀਜ਼ ਕੌਨਸ਼ੀਅਸ ਪੋਲਿਸੀ ਆਫ ਡਿਨਾਇਲ ਅਕੋਰਡਿੰਗ ਟੂ ਅਜੀਤ ਡੋਵਾਲ। ਮਤਲਬ ਪਾਕਿਸਤਾਨ ਨੂੰ ਬਲੇਮ ਕੀਤਾ ਜਾ ਰਿਹਾ ਹੈ। ਤੁਸੀਂ ਦੇਖੋ ਦਿਸ ਇਜ਼ ਹਾਊ, ਲੈਟ ਮੀ ਜਸਟ ਸ਼ੋ ਯੂ ਔਨ ਦ ਮੈਪ ਕਿ ਸੈਂਟਰਲ ਏਸ਼ੀਆ ਹੈ ਕਿੱਥੇ, ਦੈਨ ਯੂ ਵਿਲ ਅੰਡਰਸਟੈਂਡ। I can show it here also।
So this is India, right? This is Pakistan, right? ਹੁਣ ਅਗਰ ਅਸੀਂ direct access ਚਾਹੀਏ Central Asia ਨੂੰ, we can go like this. ठीक है? But because Pakistan is laying in between, we are disconnected from this side to the Central Asia. So ਅਸੀਂ ਇਧਰੋਂ Suez Canal ਦੇ through we are trying to connect ਇੰਨੇ ਸਾਲਾਂ ਤੋਂ. But now things are changing. New corridors are being developed to connect to this. One possibility is INSTC, ਜਿਹੜਾ ਇੰਡੀਆ ਤੋਂ ਸ਼ੁਰੂ ਹੋ ਕੇ ਈਰਾਨ ਦੇ ਵਿੱਚੋਂ ਨਿਕਲ ਕੇ ਏਸ਼ੀਆ ਤੱਕ ਪਹੁੰਚੇਗਾ, ਰਸ਼ੀਆ ਤੱਕ ਪਹੁੰਚੇਗਾ, I mean, right? So ਇਹਦੇ ਥਰੂ ਵੀ ਇੰਡੀਆ ਜਿਹੜਾ ਹੈ ਈਜ਼ੀਲੀ ਸੈਂਟਰਲ ਏਸ਼ੀਅਨ ਕੰਟਰੀਜ਼ ਨਾਲ ਕਨੈਕਟ ਕਰ ਸਕਦਾ ਹੈ. That is why India is pushing these countries to join INSTC, right? INSTC क्या है, ਤੁਸੀਂ डिटेल प्लीज करो. This is there. I'll share this PDF and you can see it in this. इंटरनेशनल नॉर्थ साउथ कॉरिडोर बनाया जा रहा है, मल्टी मॉडल कॉरिडोर, मतलब शिप ਦੇ ਥਰੂ ਵੀ, ਰੇਲ ਦੇ ਥਰੂ ਵੀ, ਰੋਡ ਦੇ ਥਰੂ ਵੀ ਟ੍ਰਾਂਜੀਸ਼ਨ ਕੀਤਾ ਜਾਏਗਾ, ਜਿੱਥੇ ਜਿਹੜਾ ਵੀ ਮੋਸਟ ਐਫੀਸ਼ੀਐਂਟ ਟਰਾਂਸਪੋਰਟ ਸਿਸਟਮ ਹੈ ਉਹ ਯੂਜ਼ ਕੀਤਾ ਜਾਏਗਾ to transport goods from India to the other countries or from other countries to India, right? So this is a very important one. INSTC ਦੇ ਫਾਊਂਡਿੰਗ ਮੈਂਬਰਸ ਰਸ਼ੀਆ, ਇੰਡੀਆ, ਇਰਾਨ ਰਹੇ ਨੇ, ਹੁਣ ਕਾਫੀ ਸਾਰੇ ਮੈਂਬਰ ਹੋਰ ਐਡ ਹੋ ਚੁੱਕੇ ਨੇ ਐਂਡ ਅੱਗੇ ਚੱਲ ਕੇ ਆਪਾਂ ਨੂੰ ਇਹ ਹੈ ਕਿ ਇਹ ਫੁੱਲ ਮੈਂਬਰਸ ਦੀ ਤਰ੍ਹਾਂ ਐਕਟ ਕਰਨ, ਰਾਈਟ? ਹੁਣ ਇਹਦਾ ਬੈਨੀਫਿਟ ਕਿਆ ਹੈ, ਵਾਈ ਆਰ ਵੀ ਫੋਕਸਿੰਗ ਔਨ INSTC? ਐਜ਼ ਆਈ ਟੋਲਡ ਯੂ, ਬਹੁਤ ਸਾਰੇ ਬੈਨੀਫਿਟਸ ਹੈ. ਟ੍ਰੇਡ ਵੋਲਿਊਮ बढ़ेगा, ਜਿੰਨਾ ਜ਼ਿਆਦਾ ਆਪਾਂ ਇੰਫਰਾਸਟ੍ਰਕਚਰ ਡਿਵੈਲਪਮੈਂਟ ਕਰਾਂਗੇ, ਕਨੈਕਟੀਵਿਟੀ ਕਰਾਂਗੇ, ਵੀ ਕੈਨ ਇੰਕਰੀਜ਼ ਦ ਟ੍ਰੇਡ. ऑलरेडी जो रूट है वो काफी टाइम टेकिंग है एंड ਲੈਸ ਐਫੀਸ਼ੀਐਂਟ ਹੈ. ਸੋ ਇਟ ਇਜ਼ ਬੀਇੰਗ ਪ੍ਰੋਜੈਕਟਡ ਕਿ ਅਗਰ INSTC ਬਣ ਜਾਂਦਾ ਹੈ, ਟਾਈਮ ਟੇਕਨ ਫॉर ਟ੍ਰਾਂਜ਼ਿਟ ਵਿਲ ਡਿਕਰੀਜ਼. ਇਹ ਪਾਥ ਜਿਹੜਾ ਹੈ 40% ਸ਼ਾਰਟਰ ਹੋਏਗਾ ਦੈਨ ਦੀ ओरिजिनल ਸੁਏਜ਼ ਕੈਨਲ ਵਾਲਾ ਪਾਰਟ ਐਂਡ ਇਹ ਐਫੀਸ਼ੀਐਂਟ ਵੀ ਹੋਏਗਾ. ਇਟ ਵਿਲ ਬੀ ਚੀਪਰ ਬਾय 30%. ਠੀਕ ਹੈ? ਇਕਨੋਮਿਕ ਟਾਈਜ਼ ਆਪਣੇ ਸੈਂਟਰਲ ਏਸ਼ੀਆ, ਰਸ਼ੀਆ ਨਾਲ ਇਹ ਇੰਪਰੂਵ ਕਰ ਸਕਦਾ ਹੈ INSTC. ਚਾਈਨਾ ਦੇ ਵੈਨ VRI ਪ੍ਰੋਜੈਕਟ ਨੂੰ ਜਾਂ ਵਨ ਬੈਲਟ ਵਨ ਰੋਡ ਪ੍ਰੋਜੈਕਟ ਨੂੰ ਕਾਊਂਟਰ ਕਰਨ ਲਈ ਇੰਡੀਆ ਦੀ ਇਹ ਬਹੁਤ ਅੱਛੀ ਕਨੈਕਟੀਵਿਟੀ ਦਾ ਇਨੀਸ਼ੀਏਟਿਵ ਹੈ ਟੂ ਬਿਲਡ ਇਨਫਰਾਸਟ੍ਰਕਚਰ, ਤਾਂ ਕਿ ਇਹ ਕੰਟਰੀਜ਼ ਕੰਪਲੀਟਲੀ ਚਾਈਨਾ ਤੇ ਡਿਪੈਂਡੈਂਟ ਨਾ ਹੋਣ ਫॉर देयर ਇਕਨੋਮਿਕ ਨੀਡਸ. ਐਂਡ ਫਾਈਨਲੀ ਸਾਡੀ ਫੋਰਨ ਟ੍ਰੇਡ ਪਾਲਿਸੀ ਜੋ 2015-20 ਵਿੱਚ ਲਾਸਟ ਰਿਲੀਜ਼ ਹੋਈ ਸੀ, ਉਸਨੇ ਵੀ ਇਹ ਹਾਈਲਾਈਟ ਕੀਤਾ ਸੀ that INSTC can help increase our trade and connectivity with these areas. So that is why also we are focusing on improved trade through INSTC. ठीक है? सो INSTC इन्ना कारणा करके बहुत सिग्निफिकेंट है, ऑल्दो काफी सारे चैलेंजेस रहेंगे बिफोर इट कैन सक्सेसफुली सक्सीड एंड गिव अस द रिजल्ट्स. वो चैलेंजेस क्या है? इंफ्रास्ट्रक्चर हजे इन्ना इस रूट ते डेवलप नहीं है. इस रूट ते अगर तुसी देखो कि कंटेनराइजेशन, पोर्ट्स, कंपनीज वगैरह ਇੰਨੀਆਂ ਡਿਵੈਲਪ ਨਹੀਂ ਹੈ. ਸੁਇਜ਼ ਕਨਾਲ ਵਾਲਾ ਪਾਥ ਤਾਂ ਦੇਖੋ ਸਾਲਾਂ ਤੋਂ, ਸੈਂਚਰੀਜ਼ ਤੋਂ ਚੱਲ ਰਿਹਾ ਹੈ, ਬਹੁਤ ਸਾਰੀ ਕੰਪਨੀਜ਼ ਤੇ ਸਰਵਿਸਿਜ਼ ਉੱਥੇ ਡਿਵੈਲਪ ਹੋ ਗਈਆਂ ਹੈ, ਬਟ ਇਸ ਪਾਥ ਤੇ ਹਜੇ ਵੀ ਹੈਵ ਟੂ ਡਿਵੈਲਪ all of that infrastructure, containerization, all of that. ਠੀਕ ਹੈ? ਬਾਕੀ ਇਹਨਾਂ ਕੰਟਰੀਜ਼ ਦੇ ਵਿੱਚ ਹਜੇ ਕਸਟਮਸ ਪ੍ਰੋਸੀਜਰਸ, ਡਾਕੂਮੈਂਟੇਸ਼ਨ ਵਗੈਰਾ ਵੀ ਸਟ੍ਰੀਮਲਾਈਨ ਨਹੀਂ ਹੈ. ਉਹ ਦੇਖਣਾ ਪਊਗੀ ਕਿਵੇਂ ਇਹ ਉਹਨਾਂ ਨੂੰ ਬਾਰਡਰ ਕ੍ਰੋਸਿੰਗ ਰੂਲਸ ਨੂੰ ਸਟ੍ਰੀਮਲਾਈਨ ਕਰਦੇ ਨੇ. ਦੈਨ ਟੈਰਰਿਜ਼ਮ ਦਾ ਵੀ ਕਾਫੀ ਜ਼ਿਆਦਾ ਥ੍ਰੈਟ ਹੈ, ਕਿਉਂਕਿ ਇਹ ਏਰੀਆ ਕਾਫੀ ਜ਼ਿਆਦਾ ਇਸਲਾਮਿਕ ਇਨਸਰਜੈਂਸੀ ਤੋਂ ਇੰਪੈਕਟਡ ਰਹਿੰਦਾ ਹੈ. ਤਾਂ ਸਿਕਿਉਰ ਕਿਵੇਂ ਰਹਿਣਗਾ ਜਿੰਨਾ ਵੀ ਟ੍ਰਾਂਜ਼ਿਟ ਹੋਏਗਾ, ਜਿਹੜਾ ਵੀ ਆਪਣੇ ਪੋਰਟਸ ਸਮਾਨ ਜਾਏਗਾ, ਉਹ ਕਿਵੇਂ ਸਿਕਿਉਰ ਰਹੇਗਾ? ਦੈਟ ਇਜ਼ ਵਨ ਆਫ ਦਾ ਬਿਗੇਸਟ ਕੰਸਰਨ. ਠੀਕ ਹੈ? ਸੋ ਇੰਨਾ ਕੰਸਟ੍ਰੇਨ ਚੈਲੰजेस ਕਰਕੇ ਹਜੇ ਕੁਝ ਜ਼ਿਆਦਾ ਡਿਵੈਲਪਮੈਂਟ ਨਹੀਂ ਹੋ ਪਾਈ ਹੈ. ਲੈਟਸ ਸੀ ਹਾਊ ਇਟ ਪ੍ਰੋਸੀਡਸ ਇਨ ਦਾ ਫਿਊਚਰ. ਸੋ ਇਹ ਸਾਰੀ ਡਿਟੇਲ ਕਰਕੇ ਰੱਖੋ, ਮੈਪ ਵੀ ਆਪਦੇ ਕੋਲ ਬਣਾ ਕੇ ਰੱਖੋ. This can be an important question that can be asked in your Punjab PCS mains, or it can also be asked in your interview. So it is important ਕਿ ਇਹ ਧਿਆਨ ਨਾਲ ਕਰੋ, right? ਉਸ ਤੋਂ ਬਾਅਦ ਲਾਸਟ ਨਿਊਜ਼ ਹੈਗੀ ਹੈ ਸਾਈਬਰ ਕ੍ਰਾਈਮ. ਸਾਈਬਰ ਕ੍ਰਾਈਮ ਦੇਖੋ ਦਿਨ ਪ੍ਰਤੀ ਦਿਨ ਬਹੁਤ ਵੱਧ ਰਿਹਾ ਹੈ. ਯੂ ਆਰ ਵਿਟਨੈਸਿੰਗ cyber crime in every way possible. According to this latest report given by non-profit organization Future Crime Research Foundation, ਇਹਨੇ ਕਿਹਾ ਹੈ ਕਿ ਇਹਦੇ ਡਾਟਾ ਦੇ ਅਕੋਰਡਿੰਗ ਅਗਰ 2020 ਤੋਂ ਲੈ ਕੇ 2023 ਤੱਕ ਤੁਸੀਂ ਡਾਟਾ ਦੇਖੋ, ਜਿੰਨੇ ਵੀ ਤੁਸੀਂ ਸਾਈਬਰ ਕ੍ਰਾਈਮ ਵਿਟਨੈਸ ਕੀਤੇ ਹੈ in this period, out of that almost 77.4% are just financial cyber crimes. मतलब पैसे करके जो हो रहे हैं, पैसे ਨੂੰ ਜੋ ਇਨਵੋल्व ਕਰਦੇ ਹੈ, they are the maximum
ਜ਼ਿੰਦਗੀ 'ਚ ਦੇਖੋ ਲੋਕਾਂ ਦੀਆਂ ਆਸ਼ਾਵਾਂ ਵੱਧਦੀਆਂ ਜਾ ਰਹੀਆਂ ਹੈ ਡਾਇਰੈਕਟ ਵੇਜ਼ ਨਾਲ ਦੇ ਆਰ ਨਾਟ ਏਬਲ ਟੂ ਅਰਨ ਸੋ ਵਾਟ ਆਰ ਦੇ ਯੂਜ਼ਿੰਗ ਫਾਈਨੈਂਸ਼ੀਅਲ ਕ੍ਰਾਈਮਸ ਨਾਓ ਠੀਕ ਹੈ ਸੋ ਦੈਟ ਇਜ਼ ਵਾਈ ਵੀ ਸੀ ਸਾਈਬਰ ਏਰੀਆਜ਼ 'ਚ ਵੀ ਫਾਈਨੈਂਸ਼ੀਅਲ ਕ੍ਰਾਈਮਸ ਬਹੁਤ ਵੱਧ ਰਹੇ ਨੇ ਕੀਪ ਦਿਸ ਡਾਟਾ ਯੂ ਕੈਨ ਰਾਈਟ ਇਟ ਇਨ ਆਂਸਰਸ ਵਾਈ ਕਿਹੜੇ ਏਰੀਆਜ਼ ਬਹੁਤ ਪ੍ਰੋਨ ਹੈ ਫਾਈਨੈਂਸ਼ੀਅਲ ਕ੍ਰਾਈਮਸ ਲਈ ਦੋਜ਼ ਏਰੀਆਜ਼ ਵਿਚ ਹੈਵ ਲੋ ਡਿਜੀਟਲ ਲਿਟਰੇਸੀ ਰਾਈਟ ਜਿੱਥੇ ਸਾਈਬਰ ਸਿਕਿਉਰਿਟੀ ਦੇ ਇਨਫਰਾਸਟ੍ਰਕਚਰ ਘੱਟ ਹੈ ਮਤਲਬ ਸਾਈਬਰ ਪੁਲਿਸ ਵਗੈਰਾ ਜਾਂ ਸਾਈਬਰ ਮੋਨੀਟਰਿੰਗ ਘੱਟ ਹੈ ਠੀਕ ਹੈ ਗੁਰੂਗ੍ਰਾਮ ਜਾਂ ਮੇਜਰ ਸੈਂਟਰਸ ਦੇ ਅਰਾਊਂਡ ਜ਼ਿਆਦਾ ਹੁੰਦਾ ਹੈ ਕਿਉਂਕਿ ਇਹ ਇਹਨਾਂ ਦੇ ਅਰਾਊਂਡ ਹੀ ਜਿਹੜੇ ਫਾਈਨੈਂਸ਼ੀਅਲ ਕ੍ਰਿਮੀਨਲਸ ਆ ਉਹ ਆਰਾਮ ਨਾਲ ਛੁਪ ਕੇ ਰਹਿੰਦੇ ਨੇ ਠੀਕ ਹੈ ਸੋ ਇਹ ਜਿਹੇ ਏਰੀਆਜ਼ ਵਿੱਚ ਸਾਈਬਰ ਕ੍ਰਾਈਮਸ ਜ਼ਿਆਦਾ ਹੋ ਰਹੇ ਨੇ ਯੂ ਕੈਨ ਕੀਪ ਆਲ ਦਿਸ ਪੁਆਇੰਟਸ ਐਂਡ ਡਾਟਾ ਵਿਦ ਯੂ ਇਟ ਕੈਨ ਬੀ ਯੂਜ਼ਡ ਇਨ the essays and the answer writing right this is what is important if you have any doubts any queries with regard to your preparation you want to discuss anything with regard to your preparation just contact us on this number we'll be there to assist you thank you so much for joining